ਬਿਜਲੀ ਬੋਰਡ ਵੱਲੋਂ ਡੈਮ ਬਣਾਉਣ ਵੇਲੇ ਪਹਾੜਾਂ ਦੀ ਗੁਫਾ ਵਿੱਚ ਇੱਕ ਅਜਿਹਾ ਸਾਧੂ ਮਿਲਿਆ ਜੋ ਕਈ ਸਾਲਾਂ ਤੋਂ ਤਪ ਕਰ ਰਿਹਾ ਸੀ। ਗੱਲਬਾਤ ਦੌਰਾਨ ਉਸ ਸਾਧੂ ਨੇ ਬਾਬਾ ਨਾਨਕ ਜੀ ਬਾਰੇ ਅਜਿਹਾ ਕੁਝ ਕਹਿ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਘਟਨਾ ਜਾਣਨ ਲਈ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ। ਬਿਜਲੀ ਬੋਰਡ ਦੇ ਐਕਸੀਅਨ ਨੇ ਇੱਕ ਸਿੱਖ ਕਥਾਵਾਚਕ ਨੂੰ ਕਿਹਾ ਕਿ ਸਾਨੂੰ ਇੱਕ ਗੁਫਾ ਦੇ ਵਿੱਚ ਇੱਕ ਸਾਧੂ ਮਹਾਤਮਾ ਮਿਲੇ ਹਨ, ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੈ, ਤੁਸੀਂ ਕਿਰਪਾ ਕਰਕੇ ਉੱਥੇ ਚੱਲੋ ਅਤੇ ਉਹਨਾਂ ਦਾ ਕੁਝ ਭਲਾ ਕਰੋ। ਕਥਾਵਾਚਕ ਨੇ ਕਿਹਾ ਕਿ ਮੈਂ ਇੱਕ ਗ੍ਰਸਤੀ ਬੰਦਾ ਹਾਂ ਤੇ ਸਾਧੂ ਮਹਾਤਮਾ ਦਾ ਕੀ ਭਲਾ ਕਰ ਸਕਦਾ ਹਾਂ। ਉਸ ਐਕਸੀਅਨ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਜੀਪ ਦੇ ਵਿੱਚ ਬਿਠਾ ਕੇ ਲੈ ਕੇ ਜਾਵਾਂਗਾ ਤੇ ਆਪ ਹੀ ਛੱਡ ਕੇ ਜਾਵਾਂਗਾ, ਤੁਸੀਂ ਫਿਕਰ ਨਾ ਕਰੋ। ਜਦੋਂ ਬਾਕੀ ਸੰਗਤ ਨੇ ਵੀ ਕਥਾਵਾਚਕ ਨੂੰ ਬੇਨਤੀ ਕੀਤੀ ਤਾਂ ਕਥਾਵਾਚਕ ਜਾਣ ਲਈ ਮੰਨ ਗਏ। ਅਗਲੇ ਦਿਨ ਸਵੇਰ 6 ਵਜੇ ਪਹਾੜੀ ਕੋਲ ਗੱਡੀਆਂ ਰੋਕ ਕੇ ਫਿਰ ਪੈਦਲ ਗੁਫਾ ਦੇ ਵਿੱਚ ਜਾਇਆ ਗਿਆ। ਗੁਫਾ ਇੰਨੀ ਛੋਟੀ ਸੀ ਕਿ 4 ਬੰਦੇ ਹੀ ਮਸਾਂ ਬੈਠ ਸਕਦੇ ਸੀ। ਜਦੋਂ ਅੰਦਰ ਜਾ ਕੇ ਕੁਝ ਦਿਸਣ ਲੱਗ ਪਿਆ ਤਾਂ ਅਸੀਂ ਦੇਖਿਆ ਕਿ ਇੱਕ ਸੁੱਕਾ ਤੇ ਬਿਲਕੁਲ ਕਾਲੇ ਰੰਗ ਦਾ ਸਾਧੂ ਬੈਠਾ ਸੀ। ਉਹ ਜਮਾ ਹੱਡੀਆਂ ਦੀ ਮੁੱਠ ਸੀ ਤੇ ਉਸ ਦੀ ਸਾਡੇ ਵੱਲ ਪਿੱਠ ਸੀ। ਲੰਮੇ ਕਾਲੇ ਵਾਲ ਤੇ ਲੰਮੀ ਦਾੜੀ ਸੀ। ਉਸਨੇ ਸਿਰਫ ਲੰਗੋਟੀ ਹੀ ਪਾਈ ਹੋਈ ਸੀ। ਪਹਿਲਾਂ ਤਾਂ ਸ਼ੱਕ ਪਿਆ ਕਿ ਸ਼ਾਇਦ ਇਹ ਮੁਰਦਾ ਹੀ ਨਾ ਹੋਵੇ, ਪਰ ਧਿਆਨ ਨਾਲ ਦੇਖਣ ਤੇ ਪਤਾ ਲੱਗਿਆ ਕਿ ਸਾਹ ਚੱਲ ਰਿਹਾ ਸੀ ਤੇ ਉਹ ਸਮਾਧੀ ਲਾ ਕੇ ਬੈਠਾ ਸੀ ਤੇ ਸਮਾਧੀ ਤੋੜਨਾ ਮਹਾਪਾਪ ਹੈ। ਸੋ ਅਸੀਂ ਚੁੱਪ ਚਪੀਤੇ ਬੈਠੇ ਰਹੇ। 15 ਕੁ ਮਿੰਟਾਂ ਬਾਅਦ ਉਸ ਸਾਧੂ ਨੇ ਮੇਰਾ ਨਾਂ ਲੈ ਕੇ ਮੇਰੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਏਦਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਮੇਰੇ ਬਾਰੇ ਸਾਰਾ ਕੁਝ ਹੀ ਪਤਾ ਹੋਵੇ। ਪਹਿਲਾਂ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਸ ਨੂੰ ਸਾਰਾ ਕੁਝ ਮੇਰੇ ਬਾਰੇ ਕਿਵੇਂ ਪਤਾ ਲੱਗ ਗਿਆ, ਮੈਂ ਤਾਂ ਇੱਥੇ ਪਹਿਲੀ ਵਾਰ ਆਇਆ ਹਾਂ। ਫਿਰ ਇੱਕਦਮ ਧਿਆਨ ਗਿਆ ਕਿ ਸਾਧੂਆਂ ਮਹਾਤਮਾ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਤੇ ਮੈਂ ਇਹ ਵੀ ਜਾਣਦਾ ਸੀ ਜੇਕਰ ਤੁਹਾਡੀ ਕੋਈ ਤਾਰੀਫ ਕਰੇ ਤਾਂ ਉਸ ਮੌਕੇ ਸੰਭਲ ਜਾਓ, ਕਿਉਂਕਿ ਅਜਿਹੇ ਸਮੇਂ ਵਿੱਚ ਹੀ ਇਨਸਾਨ ਆਪਣੀ ਸੁਰਤ ਗਵਾ ਕੇ ਦੂਸਰੇ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ। ਸੋ ਮੈਂ ਕੋਈ ਹੁੰਗਾਰਾ ਨਹੀਂ ਭਰਿਆ। ਮੈਨੂੰ ਹੁੰਗਾਰਾ ਨਾ ਭਰਦਾ ਦੇਖ ਕੇ ਉਸ ਮਹਾਤਮਾ ਨੇ ਆਪਣਾ ਮੂੰਹ ਘੁਮਾ ਲਿਆ ਤੇ ਮੈਨੂੰ ਪੁੱਛਿਆ, ਤੁਹਾਡੇ ਨਾਲ ਇੱਕ ਗਿਆਨੀ ਜੀ ਫਿਰੋਜ਼ਪੁਰ ਤੋਂ ਆਏ ਸੀ, ਉਹ ਕਿੱਥੇ ਚਲੇ ਗਏ? ਮੈਂ ਕਿਹਾ ਉਹਨਾਂ ਦੀ ਛੁੱਟੀ ਵੀਰਵਾਰ ਤੱਕ ਹੀ ਸੀ, ਇਸ ਲਈ ਉਹ ਵਾਪਸ ਚਲੇ ਗਏ। ਇਹ ਘਟਨਾ ਝਾਂਸੀ ਉੱਤਰ ਪ੍ਰਦੇਸ਼ ਦੀ ਹੈ, ਜਿਸ ਕਰਕੇ ਸਾਰੀ ਗੱਲਬਾਤ ਹਿੰਦੀ ਦੇ ਵਿੱਚ ਹੀ ਹੋ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਆਪ ਕਬ ਸੇ यहाँ बैठे हो? साधु ने कहा मुझे कोई 10 साल यहाँ बैठे हो गए। मैं ਉਹਨਾਂ ਨੂੰ ਪੁੱਛਿਆ ਕਿ ਕੋਈ ਪ੍ਰਾਪਤੀ ਹੋਈ? ਉਸਨੇ ਕਿਹਾ ਨਹੀਂ ਤੇ ਨਾਲ ਹੀ ਨਾ ਦੇ ਵਿੱਚ ਸਿਰ ਹਿਲਾ ਦਿੱਤਾ। ਮੈਂ ਫਿਰ ਪੁੱਛਿਆ ਤੁਸੀਂ ਕਿਸ ਦਾ ਧਿਆਨ ਧਰਦੇ ਹੋ? ਉਸ ਸਾਧੂ ਨੇ ਕਿਹਾ ਕਿ ਪਹਿਲਾਂ ਮੈਂ ਪਰਮਾਤਮਾ ਦੇ ਸਰਗੁਣ ਸਰੂਪ ਦਾ ਧਿਆਨ ਧਰਦਾ ਸੀ, ਜਦ ਕੁਝ ਪ੍ਰਾਪਤ ਨਹੀਂ ਹੋਇਆ ਤਾਂ ਨਿਰਗੁਣ ਸਰੂਪ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ। ਪਰ ਹੁਣ ਏਦਾਂ ਮਹਿਸੂਸ ਹੁੰਦਾ ਹੈ ਕੋਈ ਚੀਜ਼ ਦੂਰ ਦੂਰ ਘੁੰਮ ਰਹੀ ਹੈ ਪਰ ਨੇੜੇ ਨਹੀਂ ਆ ਰਹੀ। ਮੈਂ ਸਵਾਲ ਕੀਤਾ ਕਿ ਜਦੋਂ ਤੁਸੀਂ ਸਰਗੁਣ ਸਰੂਪ ਦਾ ਧਿਆਨ ਧਰਦੇ ਸੀ ਤਾਂ ਪਰਮਾਤਮਾ ਦੇ ਕਿਸ ਸਰੂਪ ਦਾ ਧਿਆਨ ਧਰਦੇ ਸੀ? ਉਸ ਸਾਧੂ ਨੇ ਕਿਹਾ ਕਿ ਮੈਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਧਿਆਨ ਧਰਦਾ ਸੀ ਤੇ ਨਾਲ ਹੀ ਇੱਕ ਫੋਟੋ ਵੱਲ ਇਸ਼ਾਰਾ ਕਰ ਦਿੱਤਾ ਜੋ ਕਿ ਕੋਨੇ ਤੇ ਪਈ ਸੀ। ਮੈਂ ਫਿਰ ਸਵਾਲ ਪੁੱਛਿਆ ਕਿ ਤੁਸੀਂ ਕਿੰਨੀ ਦੇਰ ਧਿਆਨ 'ਚ ਬੈਠਦੇ ਹੋ? ਤਾਂ ਉਸਨੇ ਕਿਹਾ ਤਕਰੀਬਨ 22 ਘੰਟੇ ਭਜਨ ਕਰਦਾ ਹਾਂ ਤੇ 2 ਘੰਟੇ ਦੇ ਵਿੱਚ ਆਪਣੀ ਨੀਂਦ ਤੇ ਬਾਕੀ ਕਿਰਿਆਵਾਂ ਕਰਦਾ ਹਾਂ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹਨਾਂ ਦਾ ਤਪ ਬਹੁਤ ਕਠੋਰ ਸੀ। ਪਰ ਮੈਂ ਆਪਣੇ ਆਪ ਨੂੰ ਸਹਿਜ ਕਰਕੇ ਫਿਰ ਸਵਾਲ ਪੁੱਛਿਆ ਕਿ ਮਹਾਰਾਜ ਤੁਸੀਂ ਖਾਂਦੇ ਪੀਂਦੇ ਕੀ ਹੋ? ਉਸਨੇ ਕਿਹਾ ਕਿ ਜਦੋਂ ਮੈਂ ਇੱਥੇ ਆਇਆ ਸੀ ਤਾਂ ਨਾਲ ਹੀ ਇੱਕ ਪਿੰਡ ਦੇ ਵਿੱਚ ਜਾ ਕੇ 30 ਰੋਟੀਆਂ ਮੰਗ ਲਿਆਉਂਦਾ ਸੀ ਤੇ ਹਰ ਰੋਜ਼ ਇੱਕ ਰੋਟੀ ਸ਼ਾਮ ਨੂੰ ਪਾਣੀ 'ਚ ਭਿਉਂ ਕੇ ਰੱਖ ਦਿੰਦਾ ਸੀ ਤੇ ਅਗਲੀ ਸਵੇਰ ਉੱਠ ਕੇ ਠੰਡੇ ਪਾਣੀ ਨਾਲ ਖਾ ਲੈਂਦਾ ਸੀ। ਪਰ ਹੁਣ ਮੈਥੋਂ ਤੁਰਿਆ ਨਹੀਂ ਜਾਂਦਾ, ਇਸ ਕਰਕੇ ਪੱਤੇ ਖਾ ਕੇ ਪਾਣੀ ਪੀ ਲੈਂਦਾ ਹਾਂ। ਮੈਂ ਹੈਰਾਨ ਸੀ ਕਿ ਇੰਨਾ ਔਖਾ ਤਪ ਕਰਕੇ, ਸੰਸਾਰ ਦਾ ਇੰਨਾ ਕੁਝ ਤਿਆਗ ਕਰਕੇ ਉਸ ਸਾਧੂ ਨੂੰ ਅਜੇ ਤੱਕ ਕੁਝ ਵੀ ਪ੍ਰਾਪਤ ਨਹੀਂ ਹੋਇਆ ਸੀ। ਫਿਰ ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਉਸਨੇ ਕਿਹਾ ਕਿ ਗੁਰੂ तो हमारा कोई नहीं। फिर मैं उसनु आत्मविश्वास वाली आवाज में कहा कि 10 साल तो क्या, अगर आप 10,000 साल भी तप करते रहो आपको कुछ प्राप्त नहीं होगा, क्योंकि आप निगुरे हैं, मतलब ਤੁਹਾਡਾ कोई गुरु नहीं है। उस साधु ने नीवी पा ਲਈ ਤੇ ਹੱਥ ਜੋੜ ਕੇ ਕਿਹਾ ਕਿ ਮੈਨੂੰ ਕੋਈ ਮਿਲਿਆ ਹੀ ਨਹੀਂ, ਮੈਂ ਕੀ ਕਰਾਂ, ਮੈਂ ਗੁਰੂ ਕਿੱਥੋਂ ਲੱਭਾਂ? ਤੁਸੀਂ ਮੇਰੇ ਗੁਰੂ ਬਣ ਜਾਓ ਜਾਂ ਮੈਨੂੰ ਦੱਸ ਦਿਓ ਕਿ ਮੈਂ ਕਿਸ ਨੂੰ ਗੁਰੂ ਬਣਾਵਾਂ। ਤਾਂ ਮੈਂ ਉਸ ਸਾਧੂ ਨੂੰ ਕਿਹਾ ਕਿ ਮੈਂ ਤਾਂ ਆਪ ਇੱਕ ਗ੍ਰਸਤੀ ਸਿੱਖ ਹਾਂ ਤੇ ਕਥਾਵਾਚਕ ਹਾਂ, ਮੈਂ ਗੁਰੂ ਕਿਸ ਤਰ੍ਹਾਂ ਬਣ ਸਕਦਾ ਹਾਂ? ਉਸ ਸਾਧੂ ਨੇ ਕਿਹਾ ਤਾਂ ਫਿਰ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਸ ਨੂੰ ਗੁਰੂ ਬਣਾਵਾਂ। ਤਾਂ ਮੈਂ ਕਿਹਾ कि गुरु नानक को गुरु बना लो। साधु ने कहा कि वो तो मर गए हैं, मैं ये तो मानता हूँ कि उनकी रूह जिंदा है, पर जब तक वो देह में नहीं आएंगे मुझे गुरु दीक्षा कैसे देंगे? मैं उसने पूछा कि तुसी कुछ पढ़े हुए हो? उस साधु ने कहा कि मैं उस जमाने ਦੇ ਵਿੱਚ ਮੈਟ੍ਰਿਕ ਪਾਸ ਕੀਤੀ ਸੀ ਤੇ ਹਿਸਟਰੀ ਦੇ ਵਿੱਚ ਗੁਰੂ ਨਾਨਕ ਦਾ ਜ਼ਿਕਰ ਆਇਆ ਸੀ ਤੇ ਇੱਕ ਹਿੰਦੀ ਦੀ ਕਿਤਾਬ ਉਹਨਾਂ ਦੇ ਜੀਵਨ ਬਾਰੇ ਵੀ ਪੜ੍ਹੀ ਸੀ। फिर मैं पूछा जब कोई हिंदू मर जाए तो लोग उसका क्या करते हैं? महात्मा ने कहा जला देते हैं। फिर मैं पूछा जब कोई मुसलमान मर जाए तो क्या करते हैं? तो उसने कहा कि दफना देते हैं। फिर मैं कहा क्या उन दोनों की रूह मरने के बाद जिंदा रहती है या मर जाती है? महात्मा ने कहा रूह कभी नहीं मरती, चाहे जला दो
ਜਾਂ ਜ਼ਮੀਨ में दफना दो। फिर मैं पूछा कि की गुरु नानक देव जी ਨੂੰ दफनाया गया सी या जलाया गया सी। उस महात्मा ने कहा जब हिंदुओं और मुसलमानों में जलाने और दफनाने के लिए झगड़ा हो रहा था तो गुरु जी देह के साथ ही अलोप हो गए थे। मैं कहा बस फिर क्या है कि जब उनके शरीर को न जलाया न दफनाया तो वो शरीर समेत ही गायब हो गए। जब भी कोई उनको धन गुरु नानक कह के याद करता है तो उस शरीर समेत ही दर्शन देंदे ने। मेरी इन्नी गल सुन के महात्मा हैरान रह गए ते मैंने एकदम बोले कि आप यहाँ से एकदम चले जाओ, मैं आपके साथ बातें करके और वक्त खराब नहीं करना चाहता। मुझे अपनी बीमारी और दवाई का पता लग गया है। मैं उस साधु ਨੂੰ ਕਿਹਾ ਕਿ 7 ਵਚਨ, ਪਰ ਨਾਲ ਹੀ ਮੈਂ ਕਿਹਾ ਕਿ ਮੇਰੀ ਇੱਕ ਬੇਨਤੀ ਹੈ, ਤੁਸੀਂ ਖਾਣਾ ਪੀਣਾ ਸਭ ਛੱਡ ਦਿੱਤਾ ਹੈ ਜਿਸ ਕਰਕੇ ਤੁਹਾਡੀ ਦੇਹ ਇੰਨੀ ਕਮਜ਼ੋਰ ਹੋ ਗਈ ਹੈ ਤੇ ਤੁਸੀਂ ਚੱਲ ਫਿਰ ਵੀ ਨਹੀਂ ਸਕਦੇ। ਜਦੋਂ ਤੁਹਾਡੀ ਦੇਹੀ ਹੀ ਚਲੀ ਜਾਵੇਗੀ ਤਾਂ ਭਜਨ ਕਿਵੇਂ ਕਰੋਗੇ? ਸਿਮਰਨ ਕਰਨ ਦੇ ਲਈ ਦੇਹੀ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ। ਫਿਰ ਮੇਰੇ ਉਸ ਐਕਸੀਅਨ ਮਿੱਤਰ ਨੇ ਕਿਹਾ ਕਿ ਇਹਨਾਂ ਦੀ ਸਿਹਤ ਦਾ ਖਿਆਲ ਮੈਂ ਰੱਖਾਂਗਾ ਅਤੇ ਹਰ ਹਫਤੇ ਖਾਣ ਪੀਣ ਦਾ ਸਮਾਨ ਭੇਜ ਦਿਆ ਕਰਾਂਗਾ। ਇੰਨੀ ਗੱਲਬਾਤ ਕਰਕੇ ਅਸੀਂ ਵਾਪਸ ਆ ਗਏ। ਉਸ ਤੋਂ ਬਾਅਦ ਉਸਨੇ ਰਿੱਧੀਆਂ ਸਿੱਧੀਆਂ ਦੀਆਂ 3-4 ਕਰਾਮਾਤਾਂ ਹੋਰ ਦਿਖਾਈਆਂ। ਪਰ ਮੈਂ ਜਾਣਦਾ ਸੀ ਕਿ ਜੇਕਰ ਕਿਸੇ ਕੋ ਰਿੱਧੀਆਂ ਸਿੱਧੀਆਂ ਆ ਗਈਆਂ ਨੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸਨੇ ਪਰਮਾਤਮਾ ਨੂੰ ਪਾ ਲਿਆ ਹੈ। ਇਹ ਘਟਨਾ ਜੂਨ ਮਹੀਨੇ ਦੀ ਹੈ ਤੇ ਮੈਂ ਅਗਲੇ ਸਾਲ ਫਰਵਰੀ ਦੇ ਵਿੱਚ ਫਿਰ ਤੋਂ ਉਸ ਮਹਾਤਮਾ ਬਾਰੇ ਆਪਣੇ ਐਕਸੀਅਨ ਮਿੱਤਰ ਨੂੰ ਪੁੱਛਿਆ। ਉਸਨੇ ਦੱਸਿਆ ਕਿ ਉਹ ਮਹਾਤਮਾ ਤਾਂ ਸਾਰਾ ਦਿਨ ਧੰਨ ਗੁਰੂ ਨਾਨਕ ਦਾ ਹੀ ਜਾਪ ਕਰਦੇ ਰਹਿੰਦੇ ਨੇ ਅਤੇ ਹੁਣ ਮੰਗ ਤੇ ਉਹਨਾਂ ਦੇ ਦਰ ਤੇ ਕਾਰਾਂ ਲੈ ਕੇ ਆਉਂਦੇ ਨੇ। ਜੋ ਕੋਈ ਵੀ ਮੰਗ ਕਰਦਾ ਹੈ ਉਹ ਕਹਿੰਦੇ ਹਨ ਧੰਨ ਗੁਰੂ ਨਾਨਕ ਪੂਰੀ ਕरेंगे ਤੇ ਉਹ ਮੰਗ ਪੂਰੀ ਹੋ ਜਾਂਦੀ ਹੈ। ਮੇਰੇ ਉਸ ਐਕਸੀਅਨ ਮਿੱਤਰ ਨੇ ਕਿਹਾ ਕਿ ਅਸੀਂ ਗੁਫਾ ਦੇ ਵਿੱਚ ਹਵਾ ਅਤੇ ਰੋਸ਼ਨੀ ਦੇ ਲਈ ਇੱਕ ਬਾਰੀ ਕਢਵਾ ਦਿੱਤੀ ਸੀ, ਪਰ ਹੁਣ ਤਾਂ ਉੱਥੇ ਇੱਕ ਬਹੁਤ ਸੁੰਦਰ ਮੰਦਿਰ ਬਣ ਗਿਆ ਹੈ। ਉਹ ਸੁੱਕਾ ਸੜਿਆ ਸਾਧੂ ਹੁਣ ਇੱਕ ਦਗਦਗ ਕਰਦੇ ਚਿਹਰੇ ਵਾਲਾ ਮਹਾਤਮਾ ਬਣ ਗਿਆ ਹੈ। ਇਹ ਫਲ ਉਸ ਗੁਰੂ ਨਾਨਕ ਦੇ ਭਜਨ ਕਰਨ ਦਾ ਹੈ ਅਤੇ ਉਸ ਪਰਮਾਤਮਾ ਦੀ ਬੰਦਗੀ ਕਰਨ ਦਾ ਹੈ। ਉਸ ਦਿਨ ਸਭ ਨੂੰ ਇੱਕ ਗੱਲ ਸਮਝ ਆਈ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਗੈਰ ਨਹੀਂ ਹੋ ਸਕਦੀ। ਉਸ ਸਾਧੂ ਮਹਾਤਮਾ ਨੇ 10 ਸਾਲ ਭੁੱਖੇ ਭਾਣੇ ਕਿੰਨਾ ਕਠੋਰ ਤਪ ਕੀਤਾ ਪਰ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਪਰ ਜਦ ਉਸ ਨੂੰ ਗੁਰੂ ਮਿਲਿਆ ਤਾਂ ਉਸ ਨੂੰ ਸਭ ਕੁਝ ਹੀ ਮਿਲ ਗਿਆ। ਅਸੀਂ ਸੰਸਾਰਿਕ ਤੌਰ ਤੇ ਜੇਕਰ ਕਿਸੇ ਨੇ ਕੋਈ ਕੰਮ ਸਿੱਖਣਾ ਹੋਵੇ ਤਾਂ ਅਸੀਂ ਗੁਰੂ ਧਾਰਦੇ ਹਾਂ, ਆਪਣਾ ਉਸਤਾਦ ਬਣਾਉਂਦੇ ਹਾਂ। ਜਿਵੇਂ ਕਿਸੇ ਨੇ ਦਰਜੀ ਪੁਣੇ ਦਾ ਕੰਮ ਸਿੱਖਣਾ ਹੋਵੇ, ਕਿਸੇ ਨੇ ਲੋਹਾਰ, ਨਾਈ, ਤਰਖਾਣ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਸਿੱਖਣਾ ਹੋਵੇ ਤਾਂ ਉਸਤਾਦ ਧਾਰਨਾ ਪੈਂਦਾ ਹੈ, ਉਸ ਦੀ ਸ਼ਾਗਿਰਦੀ ਕਰਨੀ ਪੈਂਦੀ ਹੈ। ਜੇ ਇਹ ਦੁਨਿਆਵੀ ਨਿੱਕੇ ਕੰਮਾਂ ਲਈ ਉਸਤਾਦ ਧਾਰਨਾ ਪੈਂਦਾ ਹੈ ਤਾਂ ਪਰਮਾਤਮਾ ਨੂੰ ਮਿਲਣ ਦੇ ਲਈ ਅਸੀਂ ਉਸਤਾਦ ਕਿਉਂ ਨਹੀਂ ਧਾਰ ਸਕਦੇ, ਗੁਰੂ ਕਿਉਂ ਨਹੀਂ ਧਾਰ ਸਕਦੇ? ਕਿਉਂਕਿ ਜਿੰਨਾ ਸਮਾਂ ਅਸੀਂ ਗੁਰੂ ਦੀ ਸ਼ਾਗਿਰਦੀ ਨਹੀਂ ਕਰ ਲੈਂਦੇ ਸਾਨੂੰ ਪਰਮਾਤਮਾ ਨਹੀਂ ਮਿਲ ਸਕਦਾ। ਸੋ ਅੰਤ ਤੇ ਸਿੱਟਾ ਇਹ ਨਿਕਲਿਆ ਕਿ ਗੁਰੂ ਬਿਨਾਂ ਗਤ ਨਹੀਂ। ਜੇਕਰ ਹੋਰਨਾਂ ਸੰਸਾਰਿਕ ਗੱਲਾਂ ਦੇ ਵਿੱਚ ਅਸੀਂ ਗੁਰੂ ਧਾਰਦੇ ਹਾਂ ਤਾਂ ਜਿਸ ਨੇ ਸਾਡਾ ਪ੍ਰਭੂ ਪਰਮਾਤਮਾ ਨਾਲ ਮਿਲਾਪ ਕਰਵਾਉਣਾ ਹੁੰਦਾ ਹੈ ਉਸ ਵੇਲੇ ਅਸੀਂ ਸੰਕੋਚ ਕਿਉਂ ਕਰ ਜਾਂਦੇ ਹਾਂ? ਤੇ ਇੱਕ ਹੋਰ ਤੁਕ ਜਿਸ ਨੂੰ ਅਸੀਂ ਅਰਦਾਸ ਦੇ ਵਿੱਚ ਬੋਲਦੇ ਹਾਂ ਉਸ ਦਾ ਮਤਲਬ ਉਸ ਦਿਨ ਸਮਝ ਆ ਗਿਆ। ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।